ਪੰਜਾਬ ਤੋਂ ਸੈਂਟਰ ਸਰਕਾਰ ਖਿਲਾਫ ਇੱਕ ਵੱਡੀ ਲਹਿਰ ਬਣ ਚੁੱਕੀ ਹੈ ਕਿ ਉਹ ਲਹਿਰ ਵਜ੍ਹਾ ਇਹ ਕਿ ਕਿਸਾਨਾਂ ਦਾ ਹੱਕ ਮਾਰਿਆ ਜਾ ਰਿਹਾ, ਉਹ ਪੰਜਾਬ ਦਾ ਹੱਕ ਮਾਰਿਆ ਜਾ ਰਿਹਾ ਹੈਗਾ ਕਿ ਜਿਹੜੇ ਸੈਂਟਰ ਸਰਕਾਰ ਵੱਲ ਜਿਹੜੇ ਬਿੱਲ ਪਾਸ ਕੀਤੇ ਖੇਤੀ ਸੁਧਾਰਾਂ ਦੇ ਨਾਮ ਨੂੰ ਲੈ ਕੇ। ਤੇ ਅੱਜ ਅਸੀਂ ਗੱਲਬਾਤ ਕਰਾਂਗੇ ਕਾਂਗਰਸ ਪਾਰਟੀ ਦੇ ਵਿਧਾਇਕ ਪ੍ਰਗਟ ਸਿੰਘ ਹੋਣਾ ਨਾਲ। ਭਾਈ ਤੁਹਾਨੂੰ ਲੱਗਦਾ ਹੈਗਾ ਕਿ ਪੰਜਾਬ ਵਾਕਿਆ ਲੁੱਟਿਆ ਜਾਊਗਾ ਜਿਹੜੇ ਬਿੱਲ ਪਾਸ ਕਰਕੇ? ਮੋਦੀ ਸਾਹਿਬ ਤੁਹਾਨੂੰ ਪੰਜਾਬੀ 'ਚ ਵੀ ਲਿਖਦੇ ਨੇ ਤੇ 50 ਰੁਪਏ ਵੀ ਵਧਾ ਦਿੰਦੇ ਨੇ MSP, ਤੇ ਸਾਰੀ ਕਹਿ ਰਹੇ ਕਿ ਨਹੀਂ ਬਿੱਲ ਬਹੁਤ ਵਧੀਆ ਹੈਗਾ। ਨਹੀਂ, ਪਰ ਇਹ ਬਦਕਿਸਮਤੀ ਮੈਂ ਕਹਿੰਦਾ ਇਹ ਹੈਗੀ ਆ, ਕਿਉਂਕਿ ਜਿਸ ਤਰ੍ਹਾਂ ਉਹ ਕਹਿੰਦੇ ਆ ਮੋਦੀ ਜੀ ਉਸ ਤਰ੍ਹਾਂ ਕਰਦੇ ਨਹੀਂ ਆ, ਕਿਉਂਕਿ ਪ੍ਰੈਕਟੀਕਲੀ ਕੁਛ ਹੋ ਰਿਹਾ, ਦਿਖਾਇਆ ਕੁਛ ਹੋਰ ਜਾ ਰਿਹਾ, ਲੇਕਿਨ ਰਿਐਲਿਟੀ ਦੇ ਵਿੱਚ ਕੁਛ ਹੋ ਰਿਹਾ। ਕਿਉਂਕਿ ਬਹੁਤੇ ਬੰਦਿਆਂ ਨੇ ਹੋ ਸਕਦਾ ਇਹ ਬਿੱਲ ਨਾ ਪੜ੍ਹਿਆ ਹੋਵੇ, ਲੇਕਿਨ ਮੈਂ ਉਹਦੀਆਂ ਕੁਛ ਕੁ ਕਲੌਜ਼ਸ ਜਿਹੜੀਆਂ ਪੜ੍ਹੀਆਂ ਹੈਗੀਆਂ, ਔਰ ਉਹਦੇ ਵਿੱਚ ਖਾਸ ਕਰਕੇ ਕਿਉਂਕਿ ਅਸੀਂ ਪੈਸਟੀਸਾਈਡ ਵੀ ਉਸ ਜਿਹੜਾ ਕਾਰਪੋਰੇਟ ਸੈਕਟਰ ਆ ਉਹਦੇ ਕੋਲੋਂ ਲਵਾਂਗੇ, ਅਸੀਂ ਬੀ ਵੀ ਉਹਦੇ ਕੋਲੋਂ ਲਵਾਂਗੇ, ਅਸੀਂ ਇਹ ਵੀ ਪੁੱਛਾਂਗੇ ਉਹਨੂੰ ਵੀ ਹਾਂ ਵੀ ਇਹਦਾ ਪਾਣੀ ਕਿੰਨਾ ਲਾਉਣਾ ਹੈਗਾ, ਇਹਦਾ ਸਾਈਜ਼ ਕੀ ਹੋਣਾ ਚਾਹੀਦਾ, ਇਹਦਾ ਕਲਰ ਕੀ ਹੋਣਾ ਚਾਹੀਦਾ, ਕਿੰਨੀ ਤਰੀਕ ਤੱਕ ਇਹ ਆਉਣਾ ਚਾਹੀਦਾ। ਜੇ ਨਹੀਂ ਆਊਗਾ ਤੇ ਇੰਨੀ ਉਹਦੇ ਤੇ ਪੈਨਲਟੀ ਕਲੌਜ਼ ਹੈ, ਇੰਨਾ ਉਹਦੇ ਤੇ ਜੁਰਮਾਨਾ ਜਿਹੜਾ ਕਿਸਾਨ ਨੂੰ ਲੱਗੂਗਾ, ਤੇ ਜੇ ਜੁਰਮਾਨਾ ਨਹੀਂ ਦਿੱਤਾ ਜਾਊਗਾ ਤਾਂ ਫਿਰ ਉਹਦੀ ਫਰਦ ਦੇ ਉੱਤੇ ਉਹਦਾ ਇੰਦਰਾਜ ਹੋਊਗਾ ਵੀ ਤਾਂ ਕਿ ਉਹ ਕਿਸੇ ਤੋਂ ਲੋਨ ਨਾ ਲੈ ਸਕੇ ਤੇ ਕਿਤੇ ਜ਼ਮੀਨ ਵੀ ਨਾ ਵੇਚ ਸਕੇ, ਔਰ ਉਹ ਕਿਸੇ ਕੋਰਟ 'ਚ ਵੀ ਨਹੀਂ ਜਾ ਸਕੂਗਾ, ਸਿਰਫ SDM ਤੇ DC ਕੋਲ, ਜਿਹੜਾ ਕਿ ਆਲਰੇਡੀ ਦਿੱਲੀ ਦਾ ਹੀ ਅਪਾਇੰਟੀ ਹੁੰਦਾ ਹੈਗਾ। ਸੋ ਇਸ ਕਰਕੇ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਜੇ ਕੋਈ ਬੰਦਾ ਪੜ੍ਹ ਲਵੇ ਤੇ ਉਹਨੂੰ ਬੜਾ ਕਲੀਅਰ ਕੱਟ ਗਿਆਨ ਹੋ ਜਾਂਦਾ ਵੀ ਇਹ ਤਾਂ ਬਿਲਕੁਲ ਹੀ ਕਿਸਾਨ ਮਾਰੂਗਾ। ਕਿਉਂਕਿ ਕਿਸਾਨ ਮਾਰੂ ਇਸ ਕਰਕੇ ਵੀ ਆ, ਸਾਡਾ ਐਗਰੇਰੀਅਨ ਸਟੇਟ ਹੈ, ਉਹਦੇ ਵਿੱਚ ਅਸੀਂ ਇਹਦੇ ਤੋਂ ਇਲਾਵਾ ਹੋਰ ਕੁਛ ਨਹੀਂ ਕਰਦੇ। ਸਾਡਾ ਜਿਹੜਾ ਹੁਣ ਤੱਕ ਦਾ, ਕਿਉਂਕਿ ਜਦੋਂ ਤੋਂ ਸ਼ੁਰੂ ਹੋਇਆ, ਕਿਉਂਕਿ ਦੇਸ਼ ਨੂੰ ਅੰਨ ਦੀ ਜ਼ਰੂਰਤ ਸੀ, ਅਸੀਂ ਉਹ ਅੰਨ ਜਿਹੜਾ ਆ ਹਿੰਦੁਸਤਾਨ ਨੂੰ ਪ੍ਰੋਵਾਈਡ ਕੀਤਾ। ਅਸੀਂ ਉਹਦੇ ਨਾਲ ਆਪਣੇ ਪਾਣੀਆਂ ਨਾਲ ਵੀ ਕੰਪਰੋਮਾਈਜ਼ ਕੀਤਾ, ਆਪਣੀ ਮਿੱਟੀ ਨਾਲ ਵੀ ਕੰਪਰੋਮਾਈਜ਼ ਕੀਤਾ, ਅਸੀਂ ਵੱਧ ਪੈਸਟੀਸਾਈਡ ਪਾ ਕੇ ਵੱਧ ਝਾੜ ਲਿਆ ਤਾਂ ਕਿ ਅਸੀਂ ਹਿੰਦੁਸਤਾਨ ਦਾ ਢਿੱਡ ਭਰ ਸਕੀਏ। ਤੇ ਜਦੋਂ ਹੁਣ ਅਲਟੀਮੇਟਲੀ 60,000 ਕਰੋੜ ਰੁਪਈਆ ਉਹ ਪੰਜਾਬ ਦੇ ਸਰਕੂਲੇਸ਼ਨ ਦੇ ਵਿੱਚ ਆਉਂਦਾ, ਇਹ ਸਿਰਫ ਕਿਸਾਨ ਦੀ ਗੱਲ ਹੀ ਨਹੀਂ ਹੈ, ਕਿਸਾਨ ਆੜ੍ਹਤੀਏ ਕੋਲ ਵੀ ਜਾਂਦਾ, ਕਿਸਾਨ ਦੁਕਾਨ ਵਾਲੇ ਕੋਲ ਵੀ ਜਾਂਦਾ, ਚਾਰ ਕੱਪੜੇ ਵੀ ਖਰੀਦਦਾ, ਦੁਕਾਨ ਉਹ ਵਿਆਹ ਵੀ ਕਰਦਾ, ਕਿਤੇ ਭੋਗ ਵੀ ਖਿਲਾਉਂਦਾ। ਸੋ ਇਸ ਕਰਕੇ ਸਾਰੀਆਂ ਚੀਜ਼ਾਂ ਦੀ ਜਿਹੜੀ ਸਰਕੂਲੇਸ਼ਨ ਆ, ਯੂਪੀ ਬਿਹਾਰ ਤੋਂ ਲੇਬਰ ਵੀ ਆਉਂਦੀ ਆ। ਕਿਉਂ ਆਉਂਦੀ ਆ? ਕਿਉਂਕਿ ਸਾਡੇ ਇੱਥੇ ਫਸਲਾਂ ਦਾ ਜਿਹੜਾ ਸਿਸਟਮ ਹੈਗਾ ਉਹ ਸਟਰੋਂਗ ਇੱਕ ਨੈਟਵਰਕਿੰਗ ਹੈਗੀ ਆ। ਜਿਹੜੀ ਮੰਡੀ ਬੋਰਡ ਆ ਉਹਨੂੰ 4,000 ਕਰੋੜ ਰੁਪਏ ਦੀ ਅਰਨਿੰਗ ਵੀ ਹੁੰਦੀ ਆ, ਜਿਹਦੇ ਨਾਲ ਸਾਡੀਆਂ 65,000 ਕਿਲੋਮੀਟਰ ਸੜਕਾਂ ਜਿਹੜੀਆਂ ਉਹ ਰਿਪੇਅਰ ਹੁੰਦੀਆਂ ਤੇ ਮੰਡੀਆਂ ਦੀ ਅਪਗ੍ਰੇਡੇਸ਼ਨ ਹੁੰਦੀ ਆ। ਉਹ ਸਾਰਾ ਕੁਛ ਹੀ ਜਿਹੜਾ ਆ ਉਹ ਦਾਅ 'ਤੇ ਲੱਗ ਜਾਣਾ। ਤਾਂ ਲੱਗਦਾ ਕਿ ਸਿੱਧਾ ਜਿਹੜਾ ਸੈਂਟਰ ਜਿਹੜੇ 3 ਬਿੱਲ ਪਾਸ ਕੀਤੇ ਗਏ ਨੇ, ਉਹ ਇੱਕ ਕਹਿ ਸਕਦੇ ਕਿ ਪੰਜਾਬ ਨਾਲ ਦੁਸ਼ਮਣੀ ਪਗਾਉਣ ਵਾਲੀ ਗੱਲ ਹੈ। ਨਹੀਂ, ਉਹ ਬੇਸਿਕਲੀ ਤਾਂ ਪੰਜਾਬ ਤੇ ਹਰਿਆਣੇ ਦੀ ਗੱਲ ਹੀ ਆ, ਹੋਰ ਤਾਂ ਬੇਸਿਕਲੀ ਇਹ ਸਾਰੀਆਂ ਫਸਲਾਂ ਜਿਹੜੀਆਂ, ਕਿਉਂਕਿ ਤੁਸੀਂ ਇੱਦੋਂ ਮੈਨੂੰ ਗਾਂਹ ਕਹੋਗੇ ਵੀ ਹਾਂ ਵੀ ਉਹ ਕਹਿੰਦੇ ਸੀ ਵੀ MSP ਤਾਂ ਰਹੂਗੀ, MSP ਤਾਂ ਬਾਕੀ 23 ਫਸਲਾਂ 'ਤੇ ਵੀ ਹੈਗੀ ਆ। ਅੱਛਾ, ਉਹ ਅੱਜ ਦੀ ਤਰੀਕ 'ਚ ਚੱਕੀਆਂ ਜਾਂਦੀਆਂ? ਉਹ ਨਹੀਂ ਚੱਕੀਆਂ ਜਾਂਦੀਆਂ। ਜਿਹੜੀ 1835 ਰੁਪਏ ਵਾਲੀ ਮੱਕੀ ਆ ਉਹ 600-700 ਰੁਪਏ ਨੂੰ ਮਾਰਕੀਟ ਦੇ ਵਿੱਚੋਂ ਲੈਂਦੇ ਆ, ਔਰ ਇਹਦੇ ਨਾਲ ਕੰਜ਼ਿਊਮਰ 'ਤੇ ਵੀ ਫਰਕ ਪੈਣਾ। ਆਪਾਂ ਕਈ ਵਾਰੀ ਦੇਖਦੇ ਆ ਨਾ ਵੀ ਪਿਆਜ਼ ਵੀ ਬਹੁਤ ਮਹਿੰਗਾ ਹੋ ਗਿਆ ਕਿਉਂਕਿ ਮਹਾਰਾਸ਼ਟਰ ਦੇ ਵਪਾਰੀਆਂ ਨੇ ਉਹਨੂੰ ਹੋਲਡ ਕਰ ਲਿਆ। ਅਤੇ ਇਸੇ ਤਰ੍ਹਾਂ ਹੀ ਜਦੋਂ ਇਹ 1-2 ਸੀਜ਼ਨ ਲੰਘ ਗਏ, ਜਦੋਂ ਇਹ ਹੋਲਡ ਕਰਨ ਜੋਗੇ ਹੋ ਗਏ, ਤਾਂ ਫਿਰ ਜਦੋਂ ਮਾਰਕੀਟ ਦੇ ਵਿੱਚ ਕਣਕ ਨਹੀਂ ਹੋਊਗੀ, ਪਹਿਲੀ ਗੱਲ ਤਾਂ ਉਹਨਾਂ ਕੋਲ ਸਸਤੀ ਲਈ ਜਾਊਗੀ, ਕਿਉਂਕਿ ਕਿਸਾਨ ਨੂੰ ਐਂ ਲੱਗਦਾ ਹੁੰਦਾ ਕਿਸਾਨ ਹੋਲਡ ਹੀ ਨਹੀਂ ਕਰ ਸਕਦਾ। ਜੇ ਕਿਸਾਨ ਹੋਲਡ ਕਰ ਸਕਦਾ ਹੁੰਦਾ ਤੇ ਫਿਰ ਹੋ ਸਕਦਾ ਹਾਲਾਤ ਡਿਫਰੈਂਟ ਹੁੰਦੇ, ਪਰ ਕਿਸਾਨ ਹੋਲਡ ਹੀ ਨਹੀਂ ਕਰ ਸਕਦਾ। ਸੋ ਇਸ ਕਰਕੇ ਸਾਡੀਆਂ ਬਹੁਤ ਸਮੱਸਿਆਵਾਂ, ਤੁਹਾਨੂੰ ਯਾਦ ਹੋਣਾ ਕਾਫੀ ਪਹਿਲਾਂ ਸਮਾਂ ਪੈਪਸੀ ਨੇ ਐਗਰੀਮੈਂਟ ਕੀਤਾ ਸੀਗਾ, ਉਹੋ ਜਿਹੇ ਐਗਰੀਮੈਂਟ ਹੀ ਇਹਨਾਂ ਕਾਰਪੋਰੇਟ ਸੈਕਟਰਸ ਨੇ ਕਿਸਾਨਾਂ ਨਾਲ ਕਰਨੇ ਆ, ਔਰ ਕਿਸਾਨਾਂ ਨਾਲ ਬਹੁਤ ਵੱਡਾ ਜਿਹੜਾ, ਕਿਉਂਕਿ ਅਲਟੀਮੇਟਲੀ ਉਸ ਐਗਰੀਮੈਂਟ ਦੀਆਂ ਅਸੀਂ ਕਲੌਜ਼ਸ ਹੀ ਪੂਰੀਆਂ ਨਹੀਂ ਕਰ ਸਕਦੇ। ਜੇ ਇਹ ਤਾਂ ਮੰਨ ਲਓ ਇੱਕ ਦਾਣਾ ਹੀ ਆ, ਉਹਦਾ ਸਾਈਜ਼ ਜਿਹੜਾ ਉਹ ਤਾਂ ਕੁਦਰਤ 'ਤੇ ਬਹੁਤ ਡਿਪੈਂਡ ਕਰਦਾ, ਮੌਸਮ 'ਤੇ ਬਹੁਤ ਡਿਪੈਂਡ ਕਰਦਾ, ਉਹਦਾ ਕਲਰ ਬਹੁਤ ਡਿਪੈਂਡ ਕਰਦਾ। ਇਹ ਕੋਈ ਮਸ਼ੀਨ ਨਹੀਂ ਹੈ ਵੀ ਜਿਹਦੇ ਵਿੱਚੋਂ ਪਾਇਆ ਤੇ ਕੱਢੀ ਗਿਆ। ਸੋ ਇਸ ਕਰਕੇ ਹਰਿਆਣੇ ਦੇ ਮੁੱਖ ਮੰਤਰੀ ਮਨੋਹਰ ਲਾਲ ਦੀ ਤਾਂ ਮਜਬੂਰੀ, ਕਿਉਂਕਿ ਸੈਂਟਰ ਸਰਕਾਰ ਪਾਰਟੀ ਉਹਨਾਂ ਦੀ ਹੈਗੀ। ਪੰਜਾਬ ਸਰਕਾਰ ਇਹ ਬਿੱਲਾਂ ਨੂੰ ਵਿਧਾਨ ਸਭਾ ਦੇ ਵਿੱਚ ਚੈਲੰਜ ਕਰ ਸਕਦੀ ਜਾਂ ਰੱਦ ਕਰ ਸਕਦੀ। ਲੋਕ ਕਹਿ ਰਹੇ ਜਿਸ ਤਰ੍ਹਾਂ ਕੈਪਟਨ ਅਮਰਿੰਦਰ ਸਿੰਘ ਨੇ ਪਾਣੀ ਵਾਲਾ ਜਿਹੜਾ ਐਗਰੀਮੈਂਟ ਰੱਦ ਕੀਤਾ, ਇਸ ਤਰ੍ਹਾਂ ਕਰ ਸਕਦੇ ਨੇ, ਕਿਉਂਕਿ ਖੇਤੀਬਾੜੀ ਜਿਹੜੀ ਉਹ ਸਟੇਟ ਸਬਜੈਕਟ ਹੈ। ਦੇਖੋ, ਮੈਨੂੰ ਤਾਂ ਐਂ ਲੱਗਦਾ ਵੀ ਜਿੱਥੇ ਤੱਕ ਵੀ ਸਾਨੂੰ ਜਾਣਾ ਚਾਹੀਦਾ ਲੀਗਲ ਰਾਏ ਲੈ ਕੇ, ਤਾਂ ਕਿ ਐਕਸਪਰਟ ਓਪੀਨੀਅਨ ਹੋ ਜਾਵੇ, ਔਰ ਸਾਨੂੰ ਉੱਥੇ ਤੱਕ ਲੜਨ ਦੀ ਜ਼ਰੂਰਤ ਹੈਗੀ ਆ। ਚਾਹੇ ਸਾਨੂੰ ਕੋਈ ਕੋਰਟ ਤੱਕ ਜਾਣਾ ਪਵੇ, ਚਾਹੇ ਸਾਨੂੰ ਵਿਧਾਨ ਸਭਾ ਦਾ ਸਪੈਸ਼ਲ, ਕਿਉਂਕਿ ਮੈਂ ਵੀ ਸੁਣਦਾ ਹੈਗਾ ਵੀ ਵਿਧਾਨ ਸਭਾ ਦਾ ਸਪੈਸ਼ਲ ਸੈਸ਼ਨ ਜਿਹੜਾ ਇਹਦੇ ਲਈ ਆ ਰਿਹਾ ਹੈਗਾ। ਸੋ ਮੈਨੂੰ ਲੱਗਦਾ ਇਹਦੇ 'ਤੇ ਜਿੱਥੇ
ਜਿੱਥੇ ਵੀ ਸਾਨੂੰ ਜਾਣ ਦੀ ਜ਼ਰੂਰਤ ਆ। ਮੈਨੂੰ ਲੱਗਦਾ ਇਹ ਸਿਰਫ ਇਕੱਲੀ ਪਾਰਟੀ ਲੈਵਲ ਦੀ ਗੱਲ ਨਹੀਂ ਹੈ, ਇਹ ਸਾਡੇ ਕਿਉਂਕਿ ਸਾਡਾ ਐਗਰੇਰੀਅਨ ਸਟੇਟ ਹੋਣ ਕਰਕੇ ਜੇ ਸਾਡਾ ਕਿਸਾਨ ਵਿਹਲਾ ਹੋ ਗਿਆ, ਇਹਦੇ ਲੌਂਗ ਟਰਮ ਜਿਹੜੇ ਰਿਪਰਕਸ਼ਨਸ ਆ ਉਹ ਬਹੁਤ ਜ਼ਿਆਦਾ ਨਿਕਲਣਗੇ। ਸਾਡੀ ਤੇ ਪਹਿਚਾਣ ਹੀ ਖੇਤੀ ਤੋਂ, ਜੇ ਸਾਡੇ ਪੱਲੇ ਖੇਤੀ ਨਹੀਂ ਰਹਿ ਗਈ ਤੇ ਫਿਰ ਕੁਝ ਵੀ ਨਹੀਂ ਰਹਿਣਾ। ਨਹੀਂ, ਡੈਫੀਨੇਟਲੀ, ਕਿਉਂਕਿ ਜੇ ਸਾਡੇ ਕਿਉਂਕਿ ਅਸੀਂ ਤਾਂ ਇਹਦੇ ਤੋਂ ਇਲਾਵਾ ਅਸੀਂ ਕੁਝ ਹੋਰ ਲੰਮਾ ਚੌੜਾ ਕੀਤਾ ਨਹੀਂ ਹੈਗਾ, ਸਿੱਖਿਆ ਨਹੀਂ ਹੈਗਾ। ਵੈਸੇ ਤਾਂ ਸਰਕਾਰਾਂ ਨੂੰ ਜਦੋਂ ਡਾਇਵਰਸੀਫਿਕੇਸ਼ਨ ਦੇ ਨਾਂ 'ਤੇ ਜਾਂ R&D ਔਰ ਸਟਰੋਂਗ ਮਾਰਕੀਟਿੰਗ, ਇਹ ਅਸੀਂ ਤਿੰਨੇ ਚੀਜ਼ਾਂ ਜਿਹੜੀਆਂ ਇਹਨੂੰ ਕਲੱਬ ਨਹੀਂ ਕਰ ਸਕੇ। ਅਸੀਂ ਨਾ ਸ਼ਾਰਟ ਟਰਮ ਤੇ ਕੰਮ ਕਰ ਸਕਦੇ ਹਾਂ ਸਮੇਂ ਦੀਆਂ ਸਰਕਾਰਾਂ ਤੇ। ਮੈਂ ਨਹੀਂ ਕਿਸੇ ਨੂੰ ਇਕੱਲੀ ਸਰਕਾਰ ਨੂੰ ਬਲੇਮ ਕਰਦਾ, ਕਿਉਂਕਿ ਸਾਡਾ ਉਧਰ ਨੂੰ ਧਿਆਨ ਹੀ ਨਹੀਂ ਹੁੰਦਾ। ਸਾਡਾ ਉਧਰ ਨੂੰ ਧਿਆਨ ਇਸ ਕਰਕੇ ਨਹੀਂ ਹੁੰਦਾ ਵੀ ਅਸੀਂ ਤਾਂ ਕਿਤੇ ਨਾ ਕਿਤੇ ਰੇਤਾ ਤੋਂ ਤਾਂ ਸ਼ਰਾਬ ਵੇਚਣ ਤੋਂ ਵਿਹਲ ਨਹੀਂ ਸਾਨੂੰ ਮਿਲਦਾ। ਸੋ ਇਸ ਕਰਕੇ ਇਹਨਾਂ ਚੀਜ਼ਾਂ ਨੂੰ ਪਰਾਂ ਕਰਕੇ ਸਾਨੂੰ ਲੌਂਗ ਟਰਮ ਤੇ ਸ਼ਾਰਟ ਟਰਮ ਔਰ ਸਾਨੂੰ ਇਹਨੂੰ ਵਿਜ਼ੂਅਲਾਈਜ਼ ਕਰਨ ਦੀ ਜ਼ਰੂਰਤ ਹੈਗੀ ਆ ਕਿ ਅਸੀਂ ਵਿਜ਼ੂਅਲਾਈਜ਼ ਕਰੀਏ ਪੰਜਾਬ ਨੂੰ ਅਸੀਂ ਕਿੱਦਾਂ ਸੇਵ ਕਰਾਂਗੇ। 2.5 ਲੱਖ ਕਰੋੜ ਦਾ ਕਰਜ਼ਾ ਵੀ ਪੰਜਾਬ ਦੇ ਉੱਤੇ ਹੈਗਾ, ਕਿਉਂਕਿ ਜਦੋਂ ਕਿਸੇ ਪਰਿਵਾਰ ਤੇ ਕਰਜ਼ਾ ਹੋ ਜਾਂਦਾ ਨਾ, ਉਹਦੀ ਮਾਨਸਿਕ ਪੱਧਰ ਦਾ ਤੇ ਉਹਦੇ ਤੇ ਬਹੁਤ ਜ਼ਿਆਦਾ ਵੱਡਾ ਫਰਕ ਪੈਂਦਾ ਹੈਗਾ। ਜੂਨ ਮਹੀਨੇ ਤੋਂ ਲੈ ਕੇ ਹੁਣ ਤੱਕ ਹਮਾਇਤ ਕਰਦੇ ਰਹੇ ਨੇ, ਅਚਾਨਕ ਪੰਜਾਬ ਦੇ ਰਾਖੇ ਬਣ ਜਾਂਦੇ, ਕਿਸਾਨਾਂ ਦੇ ਰਾਖੇ ਬਣ ਜਾਂਦੇ ਹੈਗੇ ਨੇ, ਫਿਰ ਉਹ ਰਾਸ਼ਟਰਪਤੀ ਨੂੰ ਮਿਲਦੇ ਹੈਗੇ ਨੇ। ਨਹੀਂ, ਉਹ ਤਾਂ ਦੇਖੋ ਜਗਤਾਰ ਜੀ, ਉਹ ਤਾਂ ਹੁਣ ਐਵੇਂ ਕਹਿਣ ਦੀਆਂ ਗੱਲਾਂ, ਲੋਕਾਂ ਨੂੰ ਸਭ ਪਤਾ ਹੈਗਾ, ਕਿਉਂਕਿ ਅਨਫੋਰਚੂਨੇਟਲੀ ਉਸ ਆਰਡੀਨੈਂਸ ਨੂੰ ਇਹਨਾਂ ਨੇ ਅਕਾਲੀ ਦਲ ਨੇ ਸਪੋਰਟ ਕੀਤਾ। ਔਰ ਸਭ ਤੋਂ ਮੈਂ ਸਮਝਦਾ ਜੋ ਮਾੜੀ ਗੱਲ ਹੈਗੀ ਆ ਵੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜਿਹੜੇ 5 ਵਾਰੀ ਚੀਫ ਮਿਨਿਸਟਰ ਰਹੇ ਹੈਗੇ ਆ, ਜਿਨ੍ਹਾਂ ਦਾ ਬਹੁਤ ਵੱਡਾ ਜ਼ਿੰਦਗੀ ਦਾ ਤਜਰਬਾ ਹੈਗਾ, ਉਹਨਾਂ ਨੇ ਵੀ ਇਸ ਨੂੰ ਸਪੋਰਟ ਕਰ ਦਿੱਤਾ। ਕਿਉਂਕਿ ਬ੍ਰਹਮਾਸਤਰ ਨਹੀਂ ਤਾਂ ਹਰ ਪਾਰਟੀ ਇੱਕ ਅੱਧਾ ਰੱਖਦੀ ਹੈ, ਜੇ ਕਿਤੇ ਟਰਨ ਮਾਰਨੀ ਪਵੇ ਤਾਂ ਫਿਰ ਆਪਾਂ ਕਹਿ ਦਿੰਦੇ ਵੀ ਆ ਸਾਡੇ ਬਾਪੂ ਨਹੀਂ ਮੰਨਿਆ ਤੇ ਅਸੀਂ, ਪਰ ਉਹਨਾਂ ਨੇ ਤਾਂ ਉਹ ਵੀ ਬ੍ਰਹਮਾਸਤਰ ਯੂਜ਼ ਕਰ ਲਿਆ। ਔਰ ਉਹਦੇ ਤੋਂ ਬਾਅਦ ਜਦੋਂ ਕਿਸਾਨ ਸੜਕਾਂ ਤੇ ਆ ਗਏ, ਰੌਲਾ ਬਹੁਤਾ ਪੈ ਗਿਆ, ਤੇ ਫਿਰ ਹੁਣ ਜਿਹੜਾ ਆ ਉਹ ਸਾਡੇ ਭੈਣ ਜੀ ਹੁਣੀ ਅਸਤੀਫਾ ਦਿੱਤਾ, ਜਿਹਦਾ ਕੋਈ ਲੰਮਾ ਚੌੜਾ ਮਾਇਨਾ ਨਹੀਂ ਹੈਗਾ। ਕਿਉਂਕਿ ਜਦੋਂ ਤੁਸੀਂ ਪਬਲਿਕਲੀ ਸਪੋਰਟ ਕਰ ਦਿੱਤੀ ਤੇ ਲੋਕੀ ਹੁਣ ਕੀ ਕਰਦੇ ਆ, ਉਹ ਉਦੋਂ ਵਾਲੀ ਵੀ ਵੀਡੀਓ ਕੱਢ ਲੈਂਦੇ ਆ, ਹੁਣ ਵਾਲੀ ਵੀ ਵੀਡੀਓ ਕੱਢ ਲੈਂਦੇ ਆ, ਉਹਨੂੰ ਬਰਾਬਰ ਤੇ ਪਾ ਦਿੰਦੇ ਆ। ਸੋ ਇਸ ਕਰਕੇ ਇਹ ਜਿਹੜਾ ਸਮਾਂ ਬੀਤ ਜਾਂਦਾ ਨਾ, ਕਿਉਂਕਿ ਸਾਡੇ ਸਭ ਤੋਂ ਜਗਤਾਰ ਜੀ ਸਭ ਤੋਂ ਵੱਡੀ ਪ੍ਰੋਬਲਮ ਕੀ ਹੋ ਗਈ ਕਿ ਪਾਰਟੀਆਂ ਦੇ ਵਿੱਚ ਇੰਟਰਨਲ ਡਿਸਕਸ਼ਨ ਜਿਹੜੀ ਉਹ ਮੁੱਕ ਗਈ। ਉਸ ਨਾ ਡਿਸਕਸ਼ਨ ਹੋਣ ਕਰਕੇ ਜਿਹੜਾ ਇੰਟੈਲੀਜੈਂਸੀਆ ਹੈਗਾ, ਜੋ ਬੈਸਟ ਡਿਸੀਜਨਸ ਹੁੰਦੇ ਆ, ਕਿਉਂਕਿ ਦੇਖੋ ਹਰ ਬੰਦੇ ਦਾ ਇੱਕ ਜ਼ਿੰਦਗੀ ਦਾ ਤਜਰਬਾ, ਜਦੋਂ 2 4 5 7 ਬੰਦੇ ਐਕਸਪੀਰੀਅੰਸਡ ਉਹਨੂੰ ਡਿਸੀਜਨ ਲੈਣਗੇ ਤਾਂ ਫਿਰ ਉਹ ਬੈਟਰ ਡਿਸੀਜਨ ਹੋਣਗੇ, ਕਲੈਕਟਿਵ ਡਿਸੀਜਨ ਹੋਣਗੇ। ਇਹਨਾਂ ਚੀਜ਼ਾਂ ਤੇ ਸਾਨੂੰ ਧਿਆਨ ਦੇਣ ਦੀ ਜ਼ਰੂਰਤ ਆ, ਇਹਨਾਂ ਚੀਜ਼ਾਂ ਤੇ ਸਾਨੂੰ ਮੁੜਨ ਦੀ ਜ਼ਰੂਰਤ ਆ। ਈਵਨ ਕਿ ਪੰਜਾਬੀਆਂ ਨੂੰ ਜ਼ਿੰਦਗੀ ਨੂੰ ਸਿੰਪਲੀਫਾਈ ਕਰਨ ਦੀ ਜ਼ਰੂਰਤ ਆ, ਜਿਹੜੀ ਕਿਸਾਨੀ ਆ ਉਹਨੂੰ ਸਿੰਪਲੀਫਾਈ ਕਰਨ ਦੀ ਜ਼ਰੂਰਤ ਆ। ਮੈਂ ਕਹਿੰਦਾ ਅਸੀਂ ਪੈਸਟੀਸਾਈਡ ਪਾ ਕੇ ਅਸੀਂ ਇੱਕ ਪਾਸੇ ਤਾਂ ਅਸੀਂ ਬੇਸਿਕਲੀ ਅਸੀਂ ਜਦੋਂ ਗੱਲ ਕਰਦੇ ਹਾਂ ਨਾ ਵੀ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ, ਜਦੋਂ ਮਾਤਾ ਦੀ ਗੱਲ ਕਰਦੇ ਹਾਂ ਤੇ ਮਾਤਾ ਨੂੰ ਐਕਸਪਲੋਇਟ ਨਹੀਂ, ਓਵਰ ਐਕਸਪਲੋਇਟ ਨਹੀਂ ਕੀਤਾ ਜਾ ਸਕਦਾ। ਅਸੀਂ ਸਿੰਪਲੀਫਾਈ ਕਰ ਲਈਏ। ਅਸੀਂ ਦੇਖੋ ਜਿਹੜਾ ਛੋਟਾ ਕਿਸਾਨ ਵੀ ਆ ਨਾ, 2 ਏਕੜ ਵਾਲਾ, 5 ਏਕੜ ਵਾਲਾ, 10 ਏਕੜ ਵਾਲਾ, ਮੈਨੂੰ ਲੱਗਦਾ ਜੇ ਉਹ ਸਿੰਪਲੀਫਾਈ ਕਰ ਲਵੇ ਤਾਂ ਉਹ ਆਪਣੀ ਜ਼ਿੰਦਗੀ ਨੂੰ ਬਹੁਤ ਵਧੀਆ ਲੀਡ ਕਰ ਸਕਦਾ। ਪਰ ਜਦੋਂ ਅਸੀਂ ਕਹਿੰਦੇ ਆ ਵੀ ਮੇਰਾ ਟਰੈਕਟਰ ਵੀ ਅਲੱਗ ਹੋਣਾ ਚਾਹੀਦਾ, ਮੇਰਾ ਫਲਾਨਾ ਵੀ ਅਲੱਗ ਹੋਣਾ ਚਾਹੀਦਾ, ਇਹਨੂੰ ਲੋਏ ਵੀਲ ਪੈਣੇ ਚਾਹੀਦੇ ਆ, ਅਸੀਂ ਉਹ ਖਰਚਿਆਂ ਨੂੰ ਕਦੀ ਕੈਲਕੂਲੇਟ ਹੀ ਨਹੀਂ ਕਰਦੇ। ਤੇ ਜੇ ਅਸੀਂ ਸਿੰਪਲੀਫਾਈ ਕਰ ਲਈਏ, ਅਸੀਂ ਬੇਸਿਕਲੀ ਸਾਨੂੰ ਫਿਲਾਸਫੀ ਦੇ ਵਿੱਚ ਗੁਰੂਆਂ ਨੇ ਦਿੱਤਾ ਹੀ ਇਹ ਸੀਗਾ, ਅਸੀਂ ਉਹ ਸਾਰੀ ਚੀਜ਼ ਨੂੰ ਹੀ ਭੁੱਲ ਕੇ ਅਸੀਂ ਹੋਰ ਪਾਸੇ ਨੂੰ ਤੁਰ ਗਏ ਹਾਂ। ਕਿਸਾਨ ਤੇ ਵਿਚਾਰੇ ਬਹੁਤ ਦੁਖੀ, ਸਿਰਫ ਕਿਸਾਨ ਪੰਜਾਬ ਦਾ ਨਹੀਂ, ਮਹਾਰਾਸ਼ਟਰ ਦਾ ਵੀ, ਵਿਦਰਭ ਦਾ ਵੀ, ਕਰਨਾਟਕਾ ਦਾ ਵੀ ਹੈਗਾ। ਹੁਣ ਜਿਹੜਾ 25 ਤਰੀਕ ਨੂੰ ਪੰਜਾਬ ਬੰਦ ਦਾ ਸੱਦਾ ਦਿੱਤਾ ਹੈਗਾ, ਕਾਫੀ ਚਿਰ ਤੋਂ ਸੰਘਰਸ਼ ਚੱਲ ਰਿਹਾ, ਉਹ ਕਹਿੰਦੇ ਪਾਰਟੀ ਵਾਲਾ ਨਾ ਕੋਈ ਇੱਥੇ ਆਵੇ, ਕਿਉਂਕਿ ਤੁਸੀਂ ਕਦੀ ਸਾਡਾ ਕੁਝ ਸਵਾਰਿਆ ਨਹੀਂ ਹੈਗਾ। ਨਹੀਂ ਦੇਖੋ, ਮੈਂ ਤਾਂ ਕਹਿੰਦਾ ਇਹ ਪਾਰਟੀ ਲੈਵਲ ਤੋਂ ਉੱਤੇ ਉੱਠ ਕੇ ਹੀ ਗੱਲ ਕਰਨੀ ਚਾਹੀਦੀ ਆ, ਕਿਉਂਕਿ ਮੈਨੂੰ ਨਹੀਂ ਲੱਗਦਾ ਕਿ ਇਹਦੇ ਵਿੱਚ ਇਹ ਨਾ ਕਿਸੇ ਪੋਲੀਟੀਕਲ ਪਾਰਟੀ ਦਾ ਇਸ਼ੂ ਆ, ਇਹ ਤਾਂ ਕਿਸਾਨੀ ਦਾ ਇਸ਼ੂ ਆ। ਕਿਸਾਨੀ ਵੈਸੇ ਤਾਂ ਵਰਲਡ ਓਵਰ ਹੀ ਕਿਤੇ ਨਾ ਕਿਤੇ ਸਟ੍ਰੈਸ ਦੇ ਵਿੱਚ ਰਹਿੰਦੀ ਆ, ਬਟ ਫਿਰ ਵੀ ਜਿਹੜੀਆਂ ਚੰਗੀਆਂ ਗਵਰਨਮੈਂਟਸ ਹੈਗੀਆਂ ਉਹ ਓਨੀ ਹੀ ਪ੍ਰੋਡਿਊਸ ਲੈਂਦੀਆਂ ਜਿੰਨੀ ਉਹਦੀ ਰਿਕੁਆਇਰਮੈਂਟ ਹੁੰਦੀ ਆ, ਤਾਂ ਕਿ ਜਿਹੜਾ ਉਹਦਾ ਬੈਲੈਂਸ ਬਣਿਆ ਰਵੇ। ਲੇਕਿਨ ਹਿੰਦੁਸਤਾਨ ਦੇ ਵਿੱਚ ਜਿੱਥੇ ਵੀ ਕਿਸਾਨ ਆ, ਠੀਕ ਕਿਹਾ ਤੁਸੀਂ ਵੀ ਉਹ ਸਾਰੇ ਹੀ ਸਟ੍ਰੈਸ ਦੇ ਵਿੱਚ ਰਹਿੰਦੇ। ਉਹਦਾ ਕਾਰਨ ਇਹ ਆ ਕਿ ਅਸੀਂ ਉਹਨੂੰ ਪਲਾਨ ਹੀ ਨਹੀਂ ਕੀਤਾ, ਉਹਨੂੰ ਲੌਂਗ ਟਰਮ ਪਲਾਨ ਨਹੀਂ ਕੀਤਾ, ਉਹਨੂੰ ਸ਼ਾਰਟ ਟਰਮ ਪਲਾਨ ਨਹੀਂ ਕੀਤਾ, ਉਹਦੀ ਡਾਇਵਰਸੀਫਿਕੇਸ਼ਨ ਨਹੀਂ ਕੀਤੀ, ਉਹਦੀ ਸਟਰੋਂਗ ਮਾਰਕੀਟਿੰਗ ਨਹੀਂ ਕੀਤੀ। ਇਹ ਸਾਰੀਆਂ ਚੀਜ਼ਾਂ, ਕਿਉਂਕਿ ਛੋਟਾ ਕਿਸਾਨ ਹੈਗਾ, ਜਦੋਂ ਉਹਦੀ ਸਟਰੋਂਗ ਮਾਰਕੀਟਿੰਗ ਕਰਕੇ ਉਹਦੀ ਫਸਲ ਨੂੰ ਲੈ ਲਓ,
ਉਹਦੀ ਖੇਤੀ ਨੂੰ ਲੈ ਕੇ ਸਿਰਫ ਐਗਰੀਕਲਚਰ ਦਾ ਇੱਕ ਵੱਖਰਾ ਬਜਟ ਸਰਕਾਰ ਡਿਕਲੇਅਰ ਕਰ ਦੇ ਜਾਂ ਬਣਾ ਦੇਵੇ ਜਾਂ ਅਗਲੇ ਜਿਹੜੇ 5 ਸਾਲ ਯੋਜਨਾ ਤਾਂ ਲੱਗਦਾ ਕਿਸਾਨੀ ਦਾ ਭਲਾ ਹੋ ਸਕਦਾ। ਨਹੀਂ ਦੇਖੋ, ਕਿਸਾਨੀ ਦਾ ਭਲਾ ਸਾਨੂੰ ਕਰਨਾ ਹੀ ਚਾਹੀਦਾ, ਇਹਦੇ ਤੋਂ ਇਲਾਵਾ ਸਾਡੇ ਕੋਲ ਚਾਰਾ ਨਹੀਂ ਹੈਗਾ, ਕਿਉਂਕਿ ਅਲਟੀਮੇਟਲੀ ਇੰਪਲੋਇਮੈਂਟ ਹੈਗੀ ਆ। ਮੋਦੀ ਸਰਕਾਰ ਕਹਿੰਦੀ ਸੀ ਅਸੀਂ 2 ਕਰੋੜ ਨੌਕਰੀ ਦੇਵਾਂਗੇ, ਤੇ ਡੀਮੋਨੇਟਾਈਜੇਸ਼ਨ, GST ਆ ਹੁਣ ਇਹਦੇ ਨਾਲ ਹੁਣ ਜਿੰਨੇ ਆੜਤੀ ਆ, ਜਿੰਨਾ ਉਹਦੇ ਵਿੱਚ ਸਿਸਟਮ ਹੈਗਾ, ਜਿੰਨਾ ਲੇਬਰ ਆ, ਉਹ ਲਗਭਗ ਸਾਰਾ ਕਲੈਪਸ ਕਰ ਜੂਗਾ। ਇਕੱਲੇ ਕਿਸਾਨ ਨੇ ਨਹੀਂ ਕਰਨਾ, ਇਹਦੇ ਨਾਲ ਜਿੰਨਾ ਵੀ ਰਿਲੇਟਡ ਹੈਗਾ ਆ, ਇਹ ਸਾਰਾ ਹੀ ਜਿਹੜਾ ਕਲੈਪਸ ਕਰੂਗਾ। ਇਸ ਕਰਕੇ ਇਹ ਬਹੁਤ ਮਾੜਾ ਬਿੱਲ ਹੈਗਾ, ਸਾਨੂੰ ਇਕੱਲਾ ਵਿਰੋਧ ਹੀ ਨਹੀਂ ਕਰਨਾ ਚਾਹੀਦਾ। ਔਰ ਮੋਦੀ ਗਵਰਨਮੈਂਟ ਨੂੰ ਇਹਦੇ ਤੇ ਡਿਸਕਸ਼ਨ ਕਰਕੇ, ਵੈਸੇ ਤਾਂ ਇਹ ਸਿਲੈਕਟ ਕਮੇਟੀ ਨੂੰ ਭੇਜਣਾ ਚਾਹੀਦਾ ਸੀ, ਉਹਦੇ ਤੇ ਜਿਹੜੀਆਂ ਕਿਸਾਨ ਜਥੇਬੰਦੀਆਂ ਉਹਨਾਂ ਨੂੰ ਬੁਲਾਇਆ ਜਾਂਦਾ, ਉਹਦੇ ਤੇ ਡਿਸਕਸ਼ਨ ਕੀਤੀ ਜਾਂਦੀ, ਔਰ ਫਿਰ ਉਹਦੇ 'ਚੋਂ ਜੇ ਲੱਗਦਾ ਤਾਂ ਫਿਰ ਬਣਾ ਦਿੱਤਾ ਜਾਂਦਾ। ਪਰ ਕਮ ਸੇ ਕਮ ਜੇ ਤੁਸੀਂ ਕਿਸਾਨਾਂ ਲਈ ਕੀਤਾ ਹੈਗਾ, ਤੇ ਕਿਸਾਨ ਮਤਲਬ ਪਾਰਟੀ ਲੈਵਲ ਤੋਂ ਉੱਤੇ ਉੱਠ ਕੇ ਹਰ ਬੰਦਾ ਜਿਹੜਾ ਆ ਉਹ ਸੜਕ ਤੇ ਬੈਠਾ, ਤੇ ਫਿਰ ਆਪਾਂ ਇਹ ਡੈਮੋਕ੍ਰੇਸੀ ਕਾ ਮੰਨਦੇ ਆ। ਆਪਾਂ ਤੇ ਇਹਨੂੰ ਜਿਹੜੀ ਸੈਂਟਰ ਸਰਕਾਰ, ਮੋਦੀ ਸਰਕਾਰ ਹੈ, ਤੁਹਾਨੂੰ ਲੱਗਦਾ ਕਿ ਜਿਸ ਤਰ੍ਹਾਂ ਗਿਣੇ ਚੁਣੇ 2 ਪਰਿਵਾਰਾਂ ਦੀ ਗੱਲ ਹੁੰਦੀ ਕਿ 2 ਪਰਿਵਾਰਾਂ ਦੀ ਖਾਤਰ ਤੁਸੀਂ ਪੂਰਾ ਦੇਸ਼ ਹੀ ਖਤਮ ਕਰ ਦਿਓ ਕਿਸਾਨੀ ਦੇ ਮਸਲੇ, ਕਿਸਾਨੀਆਂ ਜਿੰਨੇ ਇਸ ਕਰੋਨਾ ਕਾਲ ਦੇ ਵਿੱਚ ਲੋਕਾਂ ਦੇ ਢਿੱਡ ਪਾਲਿਆ ਗਿਆ। ਦੇਖੋ, ਇਹ ਤਾਂ ਸਿਰਫ ਕਾਰਪੋਰੇਟਸ ਨੂੰ ਖੁਸ਼ ਕਰਨ ਵਾਲੀ ਸਰਕਾਰ ਹੈ। ਚਾਹੇ ਕੋਈ ਇਸ਼ੂ ਲੈ ਲਓ, ਇਹ ਲਗਭਗ ਹੁਣ ਅਲਟੀਮੇਟਲੀ ਏਅਰਪੋਰਟ ਵੀ, ਰੇਲਵੇ ਵੀ, BSNL ਵੀ, ਮਤਲਬ ਮੈਂ ਤਾਂ ਕਦੀ ਹੈਰਾਨਗੀ ਹੁੰਦੀ ਇਸ ਗੱਲ 'ਤੇ ਵੀ ਸਾਡੇ ਨਰਿੰਦਰ ਮੋਦੀ ਜੀ ਬਹੁਤ ਵਧੀਆ ਭਾਸ਼ਣ, ਐਗਰੈਸਿਵ ਭਾਸ਼ਣ, ਅੱਛਾ ਉਹਦਾ ਏਜੰਡਾ ਫਰੰਟ ਤੇ ਡਿਫਰੈਂਟ ਆ, ਬੈਕਗਰਾਊਂਡ ਤੇ ਡਿਫਰੈਂਟ ਹੈਗਾ, ਉਹਦੇ ਮਾਇਨੇ ਡਿਫਰੈਂਟ ਨਿਕਲਦੇ ਆ। ਵੈਸੇ ਤਾਂ ਜਿਹੜੀ ਮਰਿਆਦਾ ਪ੍ਰਾਈਮ ਮਿਨਿਸਟਰ ਆਫਿਸ ਦੀ ਇੱਦਾਂ ਨਹੀਂ ਹੋਣੀ ਚਾਹੀਦੀ, ਬਟ ਅਨਫੋਰਚੂਨੇਟ ਹੈਗੀ ਆ। ਇਹ ਵੀ ਕਾਂਗਰਸ ਵਾਲੇ ਲੋਕੀ ਇਹ ਕਹਿ ਰਹੇ ਨੇ ਕਿ ਕਾਂਗਰਸ ਪਾਰਟੀ ਵਿਰੋਧ ਕਰ ਰਹੀ ਹੈ ਸੈਂਟਰ ਲੈਵਲ ਤੇ ਵੀ, ਸਟੇਟਾਂ ਲੈਵਲ ਤੇ, ਪਰ ਇਹ ਨਹੀਂ ਕਹਿੰਦੀ ਹੈਗੀ ਕਿ ਜੇ ਸਾਡੀ ਸਰਕਾਰ ਹੋਊਗੀ ਤੇ 3 ਬਿੱਲ ਅਸੀਂ ਅਬੋਲਿਸ਼ ਕਰਾਂਗੇ। ਗੱਲ ਮੈਂ ਕਹਿੰਦਾ, ਦੇਖੋ ਇਹ ਮੈਨੀਫੈਸਟੋ ਦਾ ਹਿੱਸਾ ਸੀ, ਪਰ ਉਹਦੀਆਂ ਕਲੌਜ਼ਸ ਕਦੀ ਅਸੀਂ ਤਾਂ ਨਹੀਂ, ਇਹ ਕਾਂਗਰਸ ਨੇ ਇਹ ਗੱਲ ਕਦੀ ਤਾਂ ਨਹੀਂ ਕਹੀ ਹੈਗੀ ਵੀ ਅਸੀਂ ਉਹਦੇ ਫਰਦ ਦੇ ਉੱਤੇ ਚੜ੍ਹਾ ਦਾਂਗੇ, ਉਹਦੇ ਤੇ ਪੈਨਲਟੀ ਕਲੌਜ਼ ਲਾਵਾਂਗੇ, ਉਹਦੇ ਤੇ ਸਿਰਫ ਕਾਰਪੋਰੇਟ ਨੂੰ ਹੀ ਦੇਖਿਆ ਜਾਊਗਾ। ਮੈਂ ਨਹੀਂ ਕਹਿੰਦਾ, ਦੇਖੋ ਅਲਟੀਮੇਟਲੀ ਅਸੀਂ ਕਈ ਵਾਰੀ ਉਹਨੂੰ ਕਨਫਿਊਜ਼ ਕਰ ਦਿੰਦੇ ਵੀ ਉਹਨਾਂ ਨੇ ਵੀ ਕਿਹਾ ਸੀ ਵੀ ਅਸੀਂ ਵੀ ਕਿਹਾ ਹੈਗਾ, ਲੇਕਿਨ ਉਹ ਬਿੱਲ ਦੀ ਕਦੀ ਕਾਪੀ ਤਾਂ ਦੇਖ ਲਓ। ਜੇ ਉਹ ਬਿੱਲ ਦੀਆਂ ਡੈਫੀਨੇਸ਼ਨ ਦੇਖ ਲਓਗੇ ਤੇ ਉਹਦੇ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੈਗਾ। ਜ਼ਮੀਨ ਅਸਮਾਨ ਦਾ ਫਰਕ ਹੋਣ ਕਰਕੇ ਮੰਨ ਲਓ ਉਹ ਜੇ ਕਿਸਾਨ ਪੱਖੀ ਬਿੱਲ ਹੋਵੇ ਤਾਂ ਸਾਨੂੰ ਕੋਈ ਪ੍ਰੋਬਲਮ ਥੋੜੀ ਆ, ਪਰ ਇਹ ਤਾਂ ਪਿਓਰਲੀ, ਜਦੋਂ ਮੈਂ ਤਾਂ ਬੇਸਿਕਲੀ ਉਸ ਬਿੱਲ ਦੀਆਂ ਜਦੋਂ ਕਲੌਜ਼ਸ ਦੇਖੀਆਂ ਤੇ ਉਹ ਤਾਂ ਬੇਸਿਕਲੀ ਕਿਸਾਨੀ ਲਈ ਤਾਂ ਸੁਸਾਈਡਲ ਹੈਗਾ। ਪਹਿਲੀ ਗੱਲ ਤਾਂ ਜਿਹੜਾ ਐਗਰੀਮੈਂਟ ਹੋਣਾ, ਉਹ ਵਿਚਾਰੇ ਕਿਸਾਨ ਨੂੰ ਇਹ ਪਤਾ ਹੀ ਨਹੀਂ ਹੈ, ਉਹਦੀ ਲੀਗਲ ਲੈਂਗੁਏਜ ਨਹੀਂ ਪਤਾ ਹੈ, ਉਹ ਵਿਚਾਰਾ ਕਿੱਥੇ ਜਾਊਗਾ। ਅੱਛਾ, ਫਿਰ ਉਹਨੂੰ ਜੇ ਫਾਰਮ ਮਿਲਦਾ ਹੈਗਾ, ਮੈਂ ਕਹਿੰਦਾ ਅੱਜ ਵੀ ਜੇ ਉਹ ਮੰਡੀ 'ਤੇ ਆ ਜਾਣ, 1800 ਜਿੰਨੇ ਰੁਪਈਏ ਉਹਦੀ MSP ਹੈਗੀ ਆ, ਉਦੋਂ ਵੱਧ ਬੋਲੀ ਦੇ ਕੇ ਲੈ ਜਾਣ। ਉਹ ਮੰਡੀ ਵਾਲੇ ਨੂੰ ਮੰਡੀ ਫੀਸ ਮਿਲ ਜਾਵੇ, ਕਿਸਾਨ ਨੂੰ ਫਸਲ ਦਾ ਬੈਟਰ ਭਾਅ ਮਿਲ ਜਾਵੇ, ਤੇ ਕੌਣ ਇਹਨੂੰ ਮਨਾ ਕਰੂਗਾ? ਕਿਸਾਨ ਕਹੂਗਾ ਵੀ ਹਾਂ ਵੀ ਇਹ ਗੱਲ ਠੀਕ ਹੈਗੀ ਆ। ਪਰ ਜੇ ਤੁਸੀਂ ਬੇਸਿਕਲੀ ਇਹ ਲੁਕਮਾ ਏਜੰਡਾ ਪੇਸ਼ ਕਰਨਾ, ਜਿਹੜਾ ਕਿ ਇਹਦੇ ਵਿੱਚ ਬੜਾ ਕਲੀਅਰ ਕੱਟ ਹੈਗਾ, ਕਿਉਂਕਿ ਜਦੋਂ ਵੀ ਮੋਦੀ ਸਰਕਾਰ ਜਦੋਂ ਦੀ ਆਈ ਹੈਗੀ ਆ, ਜਦੋਂ ਉਹਦੀ ਸੀਕੁਐਂਸ ਨੂੰ ਜੋੜ ਕੇ, ਹੁਣ GST ਨੇ ਕੀਤਾ ਕੀ ਆ, ਸਟੇਟਾਂ ਮੰਗਣ ਲਾਤੀਆਂ। ਮੈਂ ਨਹੀਂ ਕਹਿੰਦਾ ਕਾਂਗਰਸ ਨੇ ਵੀ ਇਹਦੀ ਸ਼ੁਰੂਆਤ ਕੀਤੀ ਸੀ, ਬਟ ਜਦੋਂ ਮੰਗਣ ਲਾਤੀਆਂ, ਜਿਸ ਕੰਟਰੀ ਦੀ GDP ਗਰੋਥ ਰੇਟ -24 ਤੇ ਚਲੇ ਜਾਵੇ, ਤਾਂ ਫਿਰ ਅਸੀਂ ਖੜਦੇ ਕਿੱਥੇ ਆ? ਕਹਿੰਦੇ ਵੀ ਸਾਡੇ ਕੋਲ GST ਦੇ ਪੇ ਕਰਨ ਲਈ ਪੈਸੇ ਹੈ ਨਹੀਂ। ਐਂਡ ਆਫ ਦਾ ਡੇ ਜਦੋਂ ਹੌਲੀ ਹੌਲੀ ਇਹੋ ਜਿਹੇ ਹਾਲਾਤ ਬਣ ਜਾਣਗੇ, ਤੇ ਫਿਰ ਆਪਾਂ ਕੰਟਰੀ ਕਿੱਧਰ ਨੂੰ ਲੈ ਕੇ ਜਾ ਰਹੇ ਹਾਂ, ਕੰਟਰੀ ਦੀ ਗਰੋਥ ਕਿੱਧਰ ਨੂੰ ਲੈ ਕੇ ਜਾ ਰਹੇ ਹੈਗੇ ਆ। ਸੋ ਇਸ ਕਰਕੇ ਸਾਰੀਆਂ ਚੀਜ਼ਾਂ ਤੋਂ ਇਹ ਮਹਿਸੂਸ ਕੀਤਾ ਜਾ ਸਕਦਾ ਵੀ ਇਸ ਸਰਕਾਰ 'ਤੇ ਭਰੋਸਾ ਨਹੀਂ ਕੀਤਾ ਜਾ ਸਕਦਾ, ਕਿਉਂਕਿ ਅੱਜ ਕਹਿ ਦੇਣਗੇ ਵੀ ਹਾਂਜੀ, ਕਿਉਂਕਿ ਜੇ ਮੰਨ ਲਓ ਇਹ ਕਹਿਣਗੇ ਵੀ ਹਾਂ ਵੀ ਅਸੀਂ ਪੂਰੀ ਦੀ ਪੂਰੀ ਫਸਲ ਚੱਕਾਂਗੇ ਤੇ ਜਿਹੜੀ ਹੈਗੀ MSP ਵੀ ਰਹੂਗੀ, ਤਾਂ ਫਿਰ ਬਿੱਲ ਲਿਆਉਣ ਦੀ ਕੀ ਜ਼ਰੂਰਤ ਪੈ ਗਈ? ਫਿਰ ਤਾਂ ਬਿੱਲ ਪਹਿਲਾਂ ਵੀ ਠੀਕ ਹੀ ਹੈਗਾ। ਸੋ ਇਸ ਕਰਕੇ ਇਹ ਸਾਰਾ ਜਿਹੜਾ ਲੁਕਮਾ ਏਜੰਡਾ ਹੈਗਾ, ਇਹਨੂੰ ਅਸੀਂ ਸਾਰਿਆਂ ਨੂੰ ਨਿੰਦਣਾ ਚਾਹੀਦਾ, ਪਾਰਟੀ ਲੈਵਲ ਤੋਂ ਉੱਤੇ ਉੱਠ ਕੇ ਜਿਸ ਲੈਵਲ ਤੇ। ਲੇਕਿਨ ਉਸ ਲੈਵਲ ਦੀ ਜਿਹੜੀ ਆ, ਦੇਖੋ ਮੈਂ ਤਾਂ ਜੋਸ਼ ਤੇ ਹੋਸ਼ ਤੇ ਸੁਮੇਲ ਦੀ ਗੱਲ ਕਰਦਾ ਹੁੰਦਾ ਵੀ ਜੋਸ਼ ਦੇ ਵਿੱਚ ਵੀ ਕੰਮ ਕਰੋ ਤੇ ਹੋਸ਼ ਦੇ ਵਿੱਚ ਵੀ ਕੰਮ ਕਰੋ, ਤਾਂ ਕਿ ਸਾਨੂੰ ਹੋਰ ਬਹੁਤ ਸਮੱਸਿਆਵਾਂ ਹੈਗੀਆਂ। ਐਜੂਕੇਸ਼ਨ ਸਿਸਟਮ ਹੈ, ਹੈਲਥ ਸਿਸਟਮ ਹੈ, ਓਵਰਲੋਡਿੰਗ ਹੈ ਸਿਸਟਮ ਦੇ ਉੱਤੇ, ਬਹੁਤ ਚੀਜ਼ਾਂ ਹੈਗੀਆਂ। ਇੰਡਸਟਰੀ ਦੀ ਜਿਹੜੀ ਆ ਉਹਦੀ ਅਪਗ੍ਰੇਡੇਸ਼ਨ ਦੀ ਜ਼ਰੂਰਤ ਹੈਗੀ ਆ, R&D ਦੀ ਜ਼ਰੂਰਤ ਹੈਗੀ ਆ,
ਜਿਹੜੀ ਟੈਕਨੀਕਲ ਸਕਿੱਲ ਹੈਗੀ ਆ ਉਹਦੀ ਜ਼ਰੂਰਤ ਹੈਗੀ ਆ, ਕਿਹੜੇ ਇਸ਼ੂਜ਼ ਹੈਗੇ ਆ ਜਿਹੜੇ ਅਸੀਂ ਪੋਜ਼ਿਟਿਵ, ਅਸੀਂ ਆਪਣੀ ਲਾਈਨ ਲੰਬੀ ਮਾਰੀ, ਅਸੀਂ ਕੀ ਕਰਦੇ ਆ, ਅਸੀਂ ਦੂਸਰੇ ਦੀ ਛੋਟੀ ਕਰਨ ਤੁਰ ਪੈਂਦੇ ਆ। ਸਾਡੇ ਪੋਲੀਟੀਕਲ ਸਿਸਟਮ ਦੀ ਵੀ ਬਦਕਿਸਮਤੀ ਆ, ਜਿਹੜਾ ਸਾਡਾ ਇੰਟੈਲੀਜੈਂਸ ਆ ਉਹਨਾਂ ਦੀ ਵੀ ਬਦਕਿਸਮਤੀ ਆ। ਉਹ ਕਹਿਣ ਲੱਗ ਪੈਂਦੇ ਵੀ ਨਾ ਜੀ ਇਹ ਤਾਂ ਮੈਂ ਨਹੀਂ ਕਰਨ ਦੇਣਾ, ਮੈਂ ਨਹੀਂ ਕਰਨ ਦੇਣਾ। ਯਾਰ ਆਪਣੀ ਲਾਈਨ ਲੰਬੀ ਕਰ ਲਓ, ਜਦੋਂ ਆਪਣੀ ਲਾਈਨ ਲੰਬੀ ਹੋ ਜੂ ਦੂਸਰੇ ਦੀ ਆਪੇ ਹੀ ਛੋਟੀ ਲੱਗਣ ਲੱਗ ਪਊ। ਤੁਹਾਡੇ ਕੋਲ ਘੰਟੇ ਤਾਂ 24 ਆ, ਜਦੋਂ 24 ਘੰਟਿਆਂ 'ਚ ਤੁਸੀਂ 18 ਘੰਟੇ ਨੈਗੇਟਿਵ ਕੰਮ ਕਰੋਗੇ ਤਾਂ ਫਿਰ ਉਸ ਕੰਟਰੀ ਦੀ ਜਾਂ ਉਸ ਸਿਸਟਮ ਦੀ ਗਰੋਥ ਨਹੀਂ ਹੋ ਸਕਦੀ। ਤੁਸੀਂ ਕੀ ਕਹਿ ਰਹੇ ਕਿ ਜੀ ਅਮਰੀਕਾ ਤੋਂ ਮਾਡਲ ਲਿਆਂਦਾ ਗਾ, ਵੱਡੇ ਵੱਡੇ ਅਰਥ ਸ਼ਾਸਤਰੀ, ਵੱਡੇ ਵੱਡੇ ਜਿਹੜੇ ਖੇਤੀਬਾੜੀ ਮਾਹਿਰ ਨੇ, ਉਹ ਕਹਿ ਰਹੇ ਉਹਦੇ ਅਮਰੀਕਾ ਵਾਲਾ ਮਾਡਲ ਤੇ ਫੇਲ ਹੈਗਾ, ਤੁਸੀਂ ਕਿਹੜਾ ਨਵਾਂ ਲਿਆਂਦਾ ਜੀ? ਨਹੀਂ ਪਤਾ ਨਹੀਂ ਮੈਨੂੰ ਤਾਂ ਇਹ, ਕਿਉਂਕਿ ਵੈਸੇ ਉਹ ਮਾਡਲ ਤਾਂ ਉਹਨਾਂ ਦਾ ਹੈਗਾ, ਕਿਉਂਕਿ ਉਹਨਾਂ ਦੇ ਵੀ 5-7% ਹੀ ਬਿਜ਼ਨਸਮੈਨ ਜਿਹੜੇ ਆ ਉਹ ਹੋਲਡ ਕਰਦੇ ਆ। ਬਟ ਉਹਨਾਂ ਦਾ ਦੂਜਾ ਐਂਗਲ ਇਹ ਆ ਕਿ 90% ਨੂੰ ਆਮ ਪ੍ਰੋਬਲਮ ਵੀ ਨਹੀਂ ਆਉਂਦੀ। ਉਹਨਾਂ ਨੂੰ ਐਜੂਕੇਸ਼ਨ ਦੀ ਪ੍ਰੋਬਲਮ ਨਹੀਂ ਹੈ, ਉਹਨਾਂ ਨੂੰ ਹੈਲਥ ਦੀ ਪ੍ਰੋਬਲਮ ਨਹੀਂ ਹੈ, ਉਹਨਾਂ ਨੂੰ ਬੇਸਿਕਲੀ ਜਿਹੜਾ ਉਹਨਾਂ ਨੂੰ ਰੋਜ਼ਮਰਾ ਦੀ ਜਿਹੜੀ ਜ਼ਿੰਦਗੀ ਦੇ ਵਿੱਚ ਉਹਨਾਂ ਨੂੰ ਚੀਜ਼ਾਂ ਚਾਹੀਦੀਆਂ ਉਹਦੀ ਪ੍ਰੋਬਲਮ ਨਹੀਂ ਹੈ। ਇਸ ਕਰਕੇ 90-95% ਲੋਕੀ ਉਹਨਾਂ 'ਚ ਸੈਟਿਸਫਾਈਡ ਹੈਗੇ ਆ, ਤੇ ਉਹ 5% ਲੋਕੀ ਬਿਜ਼ਨਸ ਕਰਦੇ ਆ। ਲੇਕਿਨ ਅਸੀਂ ਕੀ ਕੀਤਾ, ਅਸੀਂ ਕੁਛ ਕੁ ਘਰਾਣਿਆਂ ਨੂੰ 5-7 ਨੂੰ ਫੜਾਤੀ, ਜਿਹੜੀਆਂ ਉਹਦੀਆਂ ਐਂਸਿਲਰੀਜ਼ ਹੈਗੀਆਂ 200-250 ਉਹ ਹੀ ਇੱਥੇ ਕੰਮ ਕਰਨਗੀਆਂ। ਬਾਕੀ ਸਾਰਿਆਂ ਦੀ ਕੋਲ ਆਪਣੀ ਆਪਣੀ ਡੱਬੀ ਤੇ ਆਪਣੀ ਰੋਟੀ ਵਾਲਾ ਗੱਲ ਹੋਊਗੀ। ਉਹ ਸਾਰੇ ਕੰਮ ਕਰਨ ਵਾਲੇ ਕੰਮ ਹੀ ਹੋਣਗੇ। ਬਹੁਤ ਮਿਹਰਬਾਨੀ। ਇਸ ਨੂੰ ਕਾਂਗਰਸ ਪਾਰਟੀ ਦੇ ਪ੍ਰਗਟ ਸਿੰਘ ਜਿਨ੍ਹਾਂ ਨੇ ਗੱਲਾਂ ਕੀਤੀਆਂ ਨੇ, ਜਿੱਥੋਂ ਤੱਕ ਜਿਹੜਾ ਮਸਲਾ ਕਿ ਵਾਕਈ ਇਹ ਪੰਜਾਬ ਵਾਸਤੇ ਹੀ ਜਾਂ ਪੰਜਾਬ ਦੇ ਕਿਸਾਨਾਂ ਵਾਸਤੇ ਨਹੀਂ, ਇਹ ਪੂਰੇ ਦੇਸ਼ ਦੇ ਕਿਸਾਨਾਂ ਵਾਸਤੇ ਬਹੁਤ ਵੱਡੀ ਚੁਣੌਤੀ ਹੈ। ਕਿਉਂਕਿ ਇਹ ਬਿੱਲ ਤਾਂ ਸੈਂਟਰ ਸਰਕਾਰ ਨੇ ਪਾਸ ਕਰਤੇ, ਲੇਕਿਨ ਕਿਸਾਨ ਆ ਉਹ ਸੜਕਾਂ 'ਤੇ ਆ। ਔਰ ਜਦੋਂ ਕਿਸਾਨ ਸੜਕਾਂ 'ਤੇ ਆਉਂਦਾ ਨਾ, ਤਾਂ ਫਿਰ ਵੱਡੀਆਂ ਵੱਡੀਆਂ ਸਰਕਾਰਾਂ ਦੀ ਵੱਡੀਆਂ ਵੱਡੀਆਂ ਪਾਰਟੀਆਂ ਵੀ ਸਿੱਧੀਆਂ ਹੋ ਜਾਂਦੀਆਂ। ਕੈਮਰਾ ਮਨਦੀਪ ਸਿੰਘ ਦੇ ਨਾਲ ਜਗਤਾਰ ਸਿੰਘ, ਨਿਊਜ਼ ਚੰਡੀਗੜ੍ਹ।